छेवां कांड। ਬੱਤੀਆਂ ਦੰਦਾਂ ਵਿੱਚ ਜ਼ਿਕਰ ਇੱਕ ਨਰਮ ਤੇ ਕੋਮਲ ਜੀਵ ਵਸਦੀ ਹੈ ਜੋ ਆਪਣੇ ਪ੍ਰੇਮਮਈ ਤੇ ਮਿੱਠੀ ਸੇਵਾ ਨਾਲ ਦੰਦਾਂ ਨੂੰ ਸੁੱਖ ਦਿੰਦੀ ਹੈ ਤੇ ਅੱਗੋਂ ਦੰਦ ਵੀ ਉਸ ਨੂੰ ਖੇਦ ਨਹੀਂ ਪਹੁੰਚਾਉਂਦੇ, ਸਗੋਂ ਉਸ ਦੀ ਰਾਖੀ ਕਰਦੇ ਹਨ। ਇੱਕ ਵਾਰ ਹੀ ਸਰਦਾਰ ਸ਼ਾਮ ਸਿੰਘ ਦੇ ਜਥੇ ਦੇ ਬਹਾਦਰ ਸਿੰਘਾਂ ਵਿੱਚ ਨਿਮਰਤਾ ਤੇ ਮਿੱਠਤ ਦੀ ਪੁਤਲੀ ਸੁੰਦਰੀ ਦਾ ਨਿਰਬਾਹ ਹੋਣ ਲੱਗਾ। 2 ਵੇਲੇ ਲੰਗਰ ਵਿੱਚ ਸੁੰਦਰੀ ਲੱਗੀ ਰਹਿੰਦੀ, ਭੋਜਨ ਤਿਆਰ ਕਰਦੀ, ਕੁਝ ਸਿੰਘ ਹੋਰ ਸਹਾਇਤਾ ਕਰਦੇ। ਜਦ ਸਭ ਜਣੇ ਸ਼ੱਕ ਲੈਂਦੇ ਤਦ ਹੋਰ ਸੇਵਾ ਵਿੱਚ ਵੀ ਹੱਥ ਪੈਰ ਮਾਰਦੀ, ਭਜਨ ਬਾਣੀ ਵੀ ਨੇਮ ਨਾਲ ਪੜ੍ਹਦੀ। ਜਦ ਲੰਗਰ ਮਸਤਾਨਾ ਹੋ ਜਾਂਦਾ, ਅੰਨ ਦਾਣੇ ਦੀ ਟੋਟ ਹੋ ਜਾਂਦੀ, ਤਦ ਖਾਲਸਾ ਜੀ ਬੰਨ ਦੇ ਫਲ ਤੇ ਮਿੱਠੀਆਂ ਜੜ੍ਹਾਂ ਪਰ ਗੁਜ਼ਾਰਾ ਕਰਦੇ। ਇਸ ਸੇਵਾ ਵਿੱਚ ਵੀ ਸੁੰਦਰੀ ਤਕੜੀ ਹੋ ਗਈ ਸੀ। ਵੇਲੀ ਹੋ ਕੇ ਸਾਰੇ ਬਨ ਵਿੱਚ ਫਿਰਦੀ ਔਰ ਖਾਣ ਵਾਸਤੇ ਫਲਦਾਰ ਬ੍ਰਿਸ਼ਾਂ ਨੂੰ ਤੱਕ ਵਿੱਚ ਰੱਖਦੀ। ਲੋੜ ਪਈ ਤੇ ਲੈ ਵੀ ਆਉਂਦੀ। ਬਨ ਦੀ ਉੱਤਰ ਦਿਸ਼ਾ ਵੱਲ ਇੱਕ ਪਹਾੜੀ ਦਾ ਟਿੱਲਾ ਸੀ। ਸੁੰਦਰੀ ਇੱਕ ਦਿਨ ਉਸ ਪਰ ਚੜ੍ਹ ਗਈ ਔਰ ਜਦ ਕੋਕ ਉਤਰਾਈ ਉਤਰ ਗਈ ਤਦ ਉੱਥੇ ਇੱਕ ਨਿੱਕਾ ਜਿਹਾ ਪਿੰਡ ਡਿੱਠਾ, ਜਿਸ ਦੇ ਆਲੇ ਦੁਆਲੇ ਹਰੇ ਭਰੇ ਖੇਤ ਲਹਿਲਹਾ ਰਹੇ ਸਨ। ਪਿੰਡ ਵਿੱਚ ਜਾ ਕੇ ਸੁੰਦਰੀ ਨੇ ਕੁਝ ਮਧਰੇ ਪਰ ਉਂਝ ਤਕੜੇ ਲੋਕ ਡਿੱਠੇ। ਉਹ ਸਭ ਵਾਹੀ ਖੇਤੀ ਕਰਦੇ ਸਨ ਤੇ ਸਨ ਵੀ ਹਿੰਦੂ। ਇੱਥੋਂ ਭਾਜੀਆਂ, ਤਰਕਾਰੀਆਂ ਤੇ ਲੂਣ ਮਿਰਚ ਆਦਿ ਕਈ ਪਦਾਰਥ ਸੁੰਦਰੀ ਲੈ ਜਾਣ ਲੱਗ ਪਈ। ਇਸ ਪ੍ਰਕਾਰ ਕਈ ਵੇਰ ਸੁੰਦਰੀ ਇੱਥੋਂ ਤੀਕ ਗੇੜੇ ਲਾ ਜਾਂਦੀ ਔਰ ਕਈ ਛੋਟੇ ਸੌਦੇ ਸੂਤ ਵੀ ਲੈ ਜਾਂਦੀ, ਪਰ ਕਿਸੇ ਨੂੰ ਪਤਾ ਨਾ ਲੱਗਦਾ ਕਿ ਇਹ ਦੇਵੀ ਕਿੱਥੋਂ ਆਉਂਦੀ ਹੈ ਤੇ ਕਿੱਧਰ ਚਲੀ ਜਾਂਦੀ ਹੈ। ਇੱਕ ਵੇਰੀ ਖਾਲਸੇ ਦਾ ਲੰਗਰ ਮਸਤਾਨਾ ਹੋ ਗਿਆ। ਫਲ, ਜੜ੍ਹਾਂ ਆਦਿ ਖਾਂਦਿਆਂ ਮੂੰਹ ਫਿਰ ਗਏ ਤੇ ਖਜ਼ਾਨਾ ਵੀ ਖਾਲੀ ਹੋ ਗਿਆ। ਸਾਰੀ ਫੌਜ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਸੀ ਕਿ ਕੀ ਕੀਤਾ ਜਾਵੇ। ਸੁੰਦਰੀ ਦੇ ਕੋਲ ਇੱਕ ਮੁੰਦਰੀ ਸੀ ਜੋ ਉਸਦੇ ਵਿਆਹ ਦੇ ਵੇਲੇ ਤੋਂ ਅੱਜ ਤੀਕ ਹੱਥੀਂ ਸੀ। ਇਸ ਵਿੱਚ ਹੀਰੇ ਦੀ ਟੁਕੜੀ ਜੜੀ ਹੋਈ ਸੀ। ਇਸ ਨੂੰ ਵੇਚ ਕੇ ਕੁਛ ਅੰਨ ਪਾਣੀ ਖਰੀਦਣ ਦਾ ਸੰਕਲਪ ਧਾਰ ਸੁੰਦਰੀ ਉਸ ਪਿੰਡ ਵਿੱਚ ਗਈ। ਪਰ ਉਸ ਪਿੰਡ ਵਿੱਚ ਹੀਰੇ ਦੀ ਸਾਰ ਕਿਸ ਨੂੰ ਮਾਲੂਮ ਸੀ। 1-2 ਬਾਣੀਏ ਵੇਖ ਚੁੱਕੇ, ਪਰ ਸੱਚੇ ਝੂਠੇ ਦੀ ਪਰਖ ਕਿਸੇ ਤੋਂ ਨਾ ਹੋਈ। ਨਿਰਾਸ਼ ਹੋ ਕੇ ਮੁੜ ਆਉਂਦੀ ਸੀ ਕਿ ਬਾਜ਼ਾਰ ਦੀ ਨੁੱਕਰ ਤੇ ਇੱਕ ਚਿੱਟਪੋਸ਼ੀਆ ਖੱਤਰੀ ਬੱਚਾ ਉਦਾਸ ਬੈਠਾ ਸੀ। ਸੁੰਦਰੀ ਦੀ ਸੁੰਦਰਤਾ ਤੇ ਉਸਦੇ ਚੰਨ ਵਰਗੇ ਚਿਹਰੇ ਪਰ ਉਦਾਸੀ ਦੀ ਬਦਲੀ ਦੇਖ ਕੇ ਖੱਤਰੀ ਤੋਂ ਰਿਹਾ ਨਾ ਗਿਆ। ਬੋਲਿਆ, ਮਾਈ ਤੂੰ ਕੌਣ ਹੈ ਤੇ ਉਦਾਸ ਕਿਉਂ ਹੈ? ਸੁੰਦਰੀ ਨੇ ਕਿਹਾ, ਮੈਂ ਉਦਾਸ ਇਸ ਕਰਕੇ ਹਾਂ ਕਿ ਮੇਰੀ ਹੀਰੇ ਦੀ ਮੁੰਦਰੀ ਦਾ ਗਾਹਕ ਕੋਈ ਨਹੀਂ ਮਿਲਦਾ ਇੱਥੇ। ਖੱਤਰੀ ਬੋਲਿਆ, ਮੁੰਦਰੀ ਮੈਨੂੰ ਵਿਖਾ ਖਾਂ। ਸੁੰਦਰੀ ਨੇ ਮੁੰਦਰੀ ਵਿਖਾ ਦਿੱਤੀ। ਖੱਤਰੀ ਬੋਲਿਆ, ਮੁੰਦਰੀ ਤਾਂ ਚੰਗੀ ਹੈ, ਨਗ ਵੀ ਸੁੱਚਾ ਹੈ, ਮੁੱਲ ਵੀ 500-700 ਮਿਲ ਸਕਦਾ ਹੈ, ਪਰ ਸ਼ੋਕ ਕਿ ਅੰਬ ਦੇ ਬ੍ਰਿਛ ਤੋਂ ਦੂਰ ਡਿੱਗੀ ਹੋਈ ਖੰਭ ਟੁੱਟੀ ਕੋਇਲ ਹਾਂ। ਧਨ ਸੰਪਦਾ ਪਾਸ ਨਹੀਂ ਤਾਂ ਮੈਂ ਇਸ ਦਾ ਪੂਰਾ ਮੁੱਲ ਦੇ ਦਿੰਦਾ। ਫਿਰ ਠੰਡਾ ਸਾਹ ਭਰ ਕੇ ਹੰਝੂ ਭਰ ਲਿਆਇਆ ਔਰ ਮੁੰਦਰੀ ਨੂੰ ਮੋੜ ਕੇ ਬੋਲਿਆ, ਬੀਬੀ ਸ਼ਿਵ ਜੀ ਤੇਰੀ ਕਾਮਨਾ ਪੂਰੀ ਕਰਨ, ਪਰ ਜੇ ਤੂੰ ਇਹ ਮੁੰਦਰੀ ਕਿਸੇ ਸ਼ਹਿਰ ਵਿੱਚ ਲੈ ਜਾਵੇਂ ਤਾਂ ਚੰਗਾ ਮੁੱਲ ਵੱਟ ਲਿਆਵੇਂ। ਸੁੰਦਰੀ ਨੇ ਕਿਹਾ, ਬਹੁਤ ਅੱਛਾ, ਜੋ ਗੁਰੂ ਜੀ ਨੂੰ ਭਾਵੇ, ਪਰ ਤੁਸੀਂ ਦੱਸੋ ਕਿ ਮਰਦ ਹੋ ਕੇ ਤੁਸੀਂ ਰੋ ਕਿਉਂ ਰਹੇ ਹੋ? ਹੰਝੂ ਤਰੀਮਤਾਂ ਦੇ ਕਿਰਦੇ ਹਨ, ਮਰਦ ਤਾਂ ਕਦੀ ਨਹੀਂ ਡੇਗਦਾ। ਖੱਤਰੀ ਨੇ ਕਿਹਾ, ਬੀਬੀ ਤੂੰ ਤੀਵੀਂ ਤੇ ਮੈਂ ਬਲਹੀਨ ਮਰਦ, ਨਾ ਤੂੰ ਮੇਰਾ ਦੁੱਖ ਨਿਵਰਤ ਕਰ ਸਕੇ ਨਾ ਮੈਂ ਤੇਰੀ ਲੋੜ ਪੂਰੀ ਕਰ ਸਕਾਂ। ਫੇਰ ਕੀ ਦੱਸਣਾ ਹੋਇਆ? ਆਪਣੇ ਰਸਤੇ ਜਾ ਤੇ ਆਪਣੇ ਘਰ ਆਨੰਦ ਭੋਗ। ਭਾਵੇਂ ਤੇਰੇ ਮੁੰਦਰੀ ਵੇਚਣ ਤੋਂ ਜਾਪਦਾ ਹੈ ਕਿ ਤੂੰ ਵੀ ਦੁਖੀ ਹੈ, ਪਰ ਫੇਰ ਵੀ ਇਹਨਾਂ ਬਨਾਂ ਦੇ ਆਸਰੇ ਮੁਗਲ ਹਾਕਮਾਂ ਦੇ ਧੱਕਿਆਂ ਤੋਂ ਸਿਰ ਲੁਕਾਈ ਬੈਠੀ ਹੈ। ਸ਼ਹਿਰਾਂ ਪਿੰਡਾਂ ਦਾ ਵਸੇਬਾ ਤਾਂ ਹੁਣ ਨਰਕ ਹੋ ਗਿਆ ਹੈ। ਸੁੰਦਰੀ ਨੇ ਕਿਹਾ, ਹੇ ਪਰਮੇਸ਼ਰ ਦੇ ਬੰਦੇ, ਮੈਂ ਪਰਮ ਸੁਖੀ ਹਾਂ। ਸਰੀਰ ਕਰਕੇ ਅਬਲਾ ਮੈਨੂੰ ਕਹਿ ਲਓ, ਪਰ ਮੈਂ ਮਨ ਕਰਕੇ ਬਲੀ ਹਾਂ। ਮੇਰੇ ਕਬੀਲੇ ਵਾਲੇ ਬਲੀ ਹਨ ਕਿ ਜਿਨ੍ਹਾਂ ਦਾ ਲੋਹਾ ਹੁਣ ਤੁਰਕ ਵੀ ਮੰਨਦੇ ਹਨ। ਖੱਤਰੀ ਨੇ ਕਿਹਾ, ਤੁਰਕਾਂ ਦੇ ਟਾਕਰੇ ਦਾ ਕੌਣ ਹੈ?
ਸਿੱਖ ਵਿਚਾਰੇ ਉੱਠੇ ਸਨ। ਕਿਤੇ ਕਿਤੇ ਉਹਨਾਂ ਚੰਗੇ ਦੰਦ ਖੱਟੇ ਕੀਤੇ ਸਨ। ਪਰ ਨਾਸ਼ ਹੋਵੇ ਸਾਡੇ ਆਪਣੇ ਭਰਾਵਾਂ ਦਾ, ਜਿਹੜੇ ਸਿੱਖਾਂ ਦਾ ਵੀ ਖੁਰਾ ਖੋਜ ਪਟਵਾ ਰਹੇ ਹਨ। ਪਰ ਕੀਕੂ ਉਹ ਮਰਦੇ ਮੁੱਕਦੇ ਫੇਰ ਉਮਗਦੇ ਤੇ ਧਰਮ ਤੋਂ ਜਾਨਾਂ ਵਾਰਦੇ ਰਹਿੰਦੇ ਹਨ। ਹੁਣ ਵੇਖੋ ਖਾਂ, ਲਖਪਤ ਐਮਨਾਵਾਦੋਂ ਸਿੱਖਾਂ ਪਰ ਭੜਥੂ ਪਾਈ ਆ ਰਿਹਾ ਹੈ। ਓਹੋ ਮਹਾਦੇਵ ਭੋਲੇ, ਇਹ ਕੀ ਹੋ ਰਿਹਾ ਹੈ? ਸਿੱਖਾਂ ਦੇ ਸਿਰ ਭੜਥੂ ਸੁਣ ਕੇ ਸੁੰਦਰੀ ਦਾ ਚਿਹਰਾ ਲਾਲ ਹੋ ਗਿਆ, ਪਰ ਫਿਰ ਸੋਚ ਕੇ ਸੰਭਲੀ ਔਰ ਧੱਕੋ ਧੱਕੀ ਦੇ ਇਕੱਠੇ ਕੀਤੇ ਧੀਰਜ ਨਾਲ ਬੋਲੀ, ਤੁਸੀਂ ਆਪਣਾ ਹਾਲ ਤਾਂ ਸੁਣਾਓ। ਖੱਤਰੀ ਨੇ ਕਿਹਾ, ਹੇ ਦੇਵੀ, ਜੇ ਤੈਨੂੰ ਹੱਠ ਹੈ ਤਾਂ ਲੈ ਸੁਣ ਦੁੱਖ ਭਰੀ ਵਾਰਤਾ। ਇਸ ਥਾਂ ਤੋਂ 10-20 ਕੋਹ ਹਿਆੜ ਨੂੰ ਸ਼ਾਹੀ ਰਸਤੇ ਤੋਂ ਜਰਾ ਦੁਰਾਡਾ ਕਰਕੇ ਇੱਕ ਮੁਸਲੱਕਾ ਪਿੰਡ ਹੈ। ਉਸ ਵਿੱਚ ਹਿੰਦੂਆਂ ਦੇ ਘਰ ਵੀ ਚੋਖੇ ਹਨ। ਇੱਕ ਸੁੰਦਰ ਸ਼ਿਵ ਦੁਆਲਾ ਵੀ ਹੈ। ਸਾਡਾ ਘਰਾਣਾ ਵੱਡਾ ਪੁਰਾਤਨ ਹੈ। ਅਕਬਰ ਦੇ ਵੇਲੇ ਦੀਵਾਨ ਟੋਡਰਮਲ ਦੇ ਮਾਤਹਿਤ ਸਾਡਾ ਵੱਡਾ ਵੀ ਕੋਈ ਕਿਸੇ ਹੁੱਦੇ ਤੇ ਸੀ। ਧਨ ਦੌਲਤ ਇੰਨੀ ਹੈ ਕਿ ਅੱਜ ਤੀਕ ਨਹੀਂ ਮੁੱਕੀ। ਜਾਤ ਦੇ ਅਸੀਂ ਉੱਚੇ ਖੱਤਰੀ ਹਾਂ। ਸਾਡੇ ਨਗਰ ਵਿੱਚ ਇੱਕ ਹਾਕਮ ਤੇ ਉਸ ਦੇ ਸਿਪਾਹੀ ਰਹਿੰਦੇ ਸਨ। ਥੋੜ੍ਹੇ ਦਿਨ ਹੋਏ ਮੈਂ ਸ਼ਿਵ ਦੁਆਲੇ ਜਲ ਚੜਾਉਣ ਗਿਆ ਸੀ। ਪਿੱਛੇ ਮੇਰੀ ਵਹੁਟੀ ਕੋਠੇ ਉੱਤੇ ਖਲੋਤੀ ਵਾਲ ਸੁਕਾਉਂਦੀ ਸੀ। ਮੁਗਲ ਹਾਕਮ ਦਾ ਮਹਿਲ ਸਾਥੋਂ ਰਤਾ ਉਚੇਰਾ ਹੈ। ਕੋਠੇ ਉੱਤੋਂ ਉਸਨੇ ਮੇਰੀ ਇਸਤਰੀ ਵੇਖ ਲਿੱਤੀ। ਉਸੇ ਵੇਲੇ ਪਤਾ ਕੱਢਿਓ ਉਸ ਕਿ ਫਲਾਣੇ ਦੀ ਵਹੁਟੀ ਹੈ। ਬਸ ਮੈਨੂੰ ਸ਼ਿਵ ਦੁਆਲੇ ਦੇ ਵਿੱਚੋਂ ਨਿਕਲਦਿਆਂ ਹੀ ਫੜਵਾ ਮੰਗਵਾਇਆ ਔਰ ਆਖਣ ਲੱਗਾ ਕਿ ਪਾਤਸ਼ਾਹ ਸਲਾਮਤ ਨੂੰ ਪਤਾ ਲੱਗਾ ਹੈ, ਤੁਹਾਡੇ ਘਰ ਅਕਬਰ ਦੇ ਖਜ਼ਾਨੇ ਦੇ ਜਵਾਹਰਾਤ ਹਨ, ਸੋ ਜੇਕਰ ਦੇ ਦੇਵੋ ਤਾਂ ਚੰਗਾ, ਨਹੀਂ ਤਾਂ ਕੈਦ ਹੋ ਜਾਓਗੇ। ਮੈਂ ਕਿਹਾ, ਅਕਬਰ ਨੂੰ ਮੋਇਆਂ ਪੀੜ੍ਹੀਆਂ ਬੀਤ ਗਈਆਂ, ਮੇਰੀਆਂ ਪੀੜ੍ਹੀਆਂ ਮਰ ਚੁੱਕੀਆਂ ਹਨ। ਇਸ ਗੱਲ ਦਾ ਕੋਈ ਸਬੂਤ ਨਹੀਂ। ਕਹਿਣ ਲੱਗਾ, ਓ ਕਾਫਰ, ਮੋਮਨਾ ਦੇ ਸਾਹਮਣੇ ਝੂਠ ਬੋਲਦਾ ਹੈ, ਚੱਲ ਦੂਰ ਹੋ। ਇਹ ਕਹਿ ਕੇ ਅੱਖ ਨਾਲ ਸੈਨਤ ਕੀਤੀ ਉਸ ਝੱਟ ਸਿਪਾਹੀ ਮੈਨੂੰ ਬੰਦੀਖਾਨੇ ਲੈ ਗਏ। ਉੱਧਰੋਂ ਮੇਰੇ ਘਰ ਉੱਤੇ ਪਹਿਰਾ ਬਿਠਾ ਦਿੱਤਾ। ਦੂਜੇ ਦਿਨ ਮੈਨੂੰ ਕਹਾ ਭੇਜਿਆ ਕਿ ਜੇ ਤੂੰ ਆਪਣੀ ਇਸਤਰੀ ਦੇ ਦੇਵੇਂ ਤਾਂ ਤੈਨੂੰ ਛੱਡ ਦਿੰਦੇ ਹਾਂ। ਇਹ ਗੱਲ ਸੁਣ ਕੇ ਮੈਨੂੰ ਗਸ਼ ਪੈ ਗਿਆ ਕਿ ਹਾਏ ਮੇਰੀ ਪਿਆਰੀ ਵਹੁਟੀ ਮੈਥੋਂ ਖੁੱਸ ਕੇ ਦੂਏ ਦੀ ਬਣ ਜਾਏਗੀ। ਜਾਂ ਹੋਸ਼ ਆਈ ਤਦ ਮੈਂ ਸੋਨੇ ਦੇ ਕੜੇ ਤੇ ਮੁੰਦਰੀਆਂ ਜੋ ਮੇਰੇ ਕੋਲ ਸਨ ਦਰੋਗੇ ਨੂੰ ਵੱਡੀ ਦੇ ਵਿੱਚ ਦੇ ਦਿੱਤੇ ਔਰ ਛੁਟਕਾਰਾ ਪਾ ਕੇ ਘਰ ਵੱਲ ਗਿਆ। ਪਰ ਮੇਰੀ ਵਹੁਟੀ ਨੂੰ ਉਹ ਅੱਗੇ ਹੀ ਫੜ ਕੇ ਲੈ ਗਿਆ ਸੀ ਔਰ ਮੇਰੇ ਘਰ ਪਹਿਰੇ ਬਿਠਾਏ ਹੋਏ ਸਨ। ਇਹ ਖਬਰ ਸੁਣ ਕੇ ਮੇਰੀਆਂ ਸੱਤੇ ਸੁੱਧਾਂ ਭੁੱਲ ਗਈਆਂ, ਪਰ ਮੈਂ ਕੀ ਕਰ ਸਕਦਾ ਸਾਂ। ਪਿੰਡੋਂ ਬਾਹਰ ਜਾ ਕੇ 2 ਦਿਨ ਰੋਂਦਿਆਂ ਕੱਟੇ। ਛੇਕੜ ਕਿਸੇ ਹੀਲੇ ਨਾਲ ਖਬਰ ਮੰਗਵਾਈ ਕਿ ਮੇਰੀ ਵਹੁਟੀ ਨੇ ਅਜੇ ਧਰਮ ਨਹੀਂ ਹਾਰਿਆ, ਪਰ ਕੈਦ ਵਿੱਚ ਪਈ ਹੋਈ ਹੈ। ਪਰੰਤੂ ਲੋਕਾਂ ਵਿੱਚ ਇਹ ਗੱਲ ਉੱਡੀ ਹੋਈ ਹੈ ਕਿ ਉਹ ਮਹਿਲੀਂ ਵੜ ਗਈ ਹੈ। ਇੱਕ ਦਿਨ ਹੋਰ ਲੁਕ ਛੁਪ ਕੇ ਕੱਟਿਆ। ਕੋਈ ਢੰਗ ਵਹੁਟੀ ਦੇ ਬਚਾਉਣ ਦਾ ਨਾਂ ਪਾ ਕੇ ਮੈਂ ਇੱਧਰ ਨਿਕਲ ਆਇਆ ਹਾਂ ਜੋ ਕਿਸੇ ਤਰ੍ਹਾਂ ਮਰ ਜਾਵਾਂ, ਪਰ ਜਿੰਦ ਪਾਪਣ ਵੱਡੀ ਪਿਆਰੀ ਹੈ। ਸੁੰਦਰੀ ਨੇ ਕਿਹਾ, ਹੇ ਆਪ ਦਾ ਗ੍ਰਸੇ ਸੱਜਣ, ਆਤਮ ਘਾਤ ਕਰਨਾ ਮਹਾਪਾਪ ਹੈ ਤੇ ਤੂੰ ਵਹੁਟੀ ਦਾ ਛੁਟਕਾਰਾ ਚਾਹੇ ਤਾਂ ਮੇਰੇ ਨਾਲ ਚੱਲ। ਮੇਰੇ ਭਰਾ ਤੇਰੀ ਇਸਤਰੀ ਨੂੰ ਲੈ ਦੇਣਗੇ। ਜੇ ਤੂੰ ਵਹੁਟੀ ਦੇ ਤੁਰਕ ਹੋ ਜਾਣ ਦੀ ਪੱਕੀ ਖਬਰ ਪਾਈ ਹੈ ਤੇ ਹੁਣ ਉਸ ਨੂੰ ਮਿਲਣਾ ਨਹੀਂ ਚਾਹੁੰਦਾ ਤਾਂ ਮੇਰੇ ਵੀਰ ਤੈਨੂੰ ਧਰਮ ਦੇ ਕੰਮ ਵਿੱਚ ਲਾ ਦੇਣਗੇ, ਐਸਾ ਕਿ ਤੇਰਾ ਜੀਵਨ ਸਫਲਾ ਹੋ ਜਾਏਗਾ। ਖੱਤਰੀ ਨੇ ਜਵਾਬ ਦਿੱਤਾ, ਬੀਬੀ, ਤੇਰੇ ਬਚਨ ਅਜਿਹੇ ਕੋਮਲ ਤੇ ਮਿੱਠੇ ਹਨ ਕਿ ਮੇਰੇ ਘਾਇਲ ਮਨ ਉੱਤੇ ਮਲਮ ਦਾ ਕੰਮ ਕਰਦੇ ਹਨ। ਡੁੱਬਦੇ ਨੂੰ ਤੀਲੇ ਦਾ ਸਹਾਰਾ। ਕੋਈ ਢੰਗ ਮੇਰੇ ਪਾਸ ਆਪਣੇ ਬਚਾਓ ਦਾ ਨਹੀਂ ਰਿਹਾ, ਕੋਈ ਰਸਤਾ ਵਹੁਟੀ ਛੁਟਕਾਰੇ ਦਾ ਨਹੀਂ। ਚਾਰ ਚੁਫੇਰੇ ਹਨੇਰਾ ਛਾ ਰਿਹਾ ਹੈ। ਬਿਪਤਾ ਦੀਆਂ ਮੂਰਤਾਂ ਪੱਤੇ ਪੱਤੇ ਪਰ ਲਿਖੀਆਂ ਗਈਆਂ ਹਨ। ਉਹ ਕੀ ਪਾਪ ਹੈ ਜਿਸ ਕਰਕੇ ਸਾਡੇ ਦੇਸ਼ ਉੱਤੇ ਐਡਾ ਕਹਿਰ ਹੋ ਰਿਹਾ ਹੈ? ਕਿਉਂ ਸਾਡੇ ਭਾ ਦੀ ਕੰਬਖਤੀ ਆ ਰਹੀ ਹੈ? ਦੇਵੀ ਦੇਵਤੇ ਕਿੱਧਰ ਜਾ ਲੁਕੇ? ਰਿਖੀ ਮੁਨੀ ਕਿਉਂ ਨਹੀਂ ਬੋੜਦੇ? ਹੇ ਸ਼ਿਵ, ਹੇ ਵਿਸ਼ਨੂੰ, ਦੇਵਤੇ ਦੁਖੀ ਹਨ, ਬੋੜੋ। ਹਾਏ ਆਪ ਦਾ ਇਹ ਕੀ ਕਹਿਰ ਵਰਤ ਗਿਆ ਹੈ? ਮਲੇਸ਼ਾਂ ਦਾ ਨਾਸ਼ ਕਿਉਂ ਨਹੀਂ ਹੁੰਦਾ? ਇਹ ਉਪੱਦਰ ਕਿਉਂ ਨਹੀਂ ਟਲਦਾ? ਹਾਏ ਕਸ਼ਟ, ਕੀ ਅਨਰਥ ਹੋ ਰਿਹਾ ਹੈ? ਇੱਥੇ ਇਹ ਦੱਸ ਦਈਏ ਕਿ ਪੁਰਾਣੇ ਸਮੇਂ ਹਿੰਦੁਸਤਾਨ ਦੇ ਵਾਸੀ ਮਲੇਸ਼ ਮੈਲ ਨੂੰ ਨਹੀਂ ਸਨ ਕਹਿੰਦੇ। ਉਹ ਆਪਣੇ ਵਿਦੇਸ਼ੀ ਹਮਲਾਵਰਾਂ ਨੂੰ
ਮਲੇਸ਼ ਕਿਹਾ ਕਰਦੇ ਸਨ। ਮਨ ਦੇ ਦੁਖੜੇ ਤੇ ਅੰਤःਕਰਣ ਦੀ ਨਿਰਾਸ਼ਤਾ ਦੇ ਕੀਰ ਨੇ ਸੁਣ ਕੇ ਸੁੰਦਰੀ ਦਾ ਕਲੇਜਾ ਕੰਬ ਗਿਆ। ਧੀਰਜ ਨਾਲ ਬੋਲੀ, ਹੇ ਸਾਈਂ ਦੇ ਬੰਦੇ, ਇਹ ਸਭ ਔਖ ਇੱਕ ਪਰਮੇਸ਼ਰ ਦੀ ਸੇਵਾ ਛੱਡ ਕੇ ਫੋਕਟ ਕਰਮ ਕਰਨ ਦੇ ਫਲ ਹਨ। ਇੱਕ ਪਰਮੇਸ਼ਰ ਦਾ ਲੜ ਫੜਿਆਂ ਕਾਰਜ ਰਾਸ ਹੁੰਦੇ ਹਨ। ਇੱਕ ਦੇ ਲੜ ਲੱਗੇ ਸਾਰੇ ਆਪੋ ਵਿੱਚ ਪਿਆਰ ਨਾਲ ਪਰੋਤੇ ਜਾਂਦੇ ਹਨ। ਇੱਕ ਦੇ ਪੁੱਤਰ ਆਪੋ ਵਿੱਚ ਭਰਾਓ ਹੁੰਦੇ ਹਨ। ਭਰਾਓ ਪੁਣੇ ਤੇ ਭਾਓ ਨਾਲ ਜੁੜੇ ਹੋਏ ਇੱਕ ਤਾਕਤ ਬਣ ਜਾਂਦੇ ਹਨ। ਵਿਕੋ ਲਿਤਰਿਆਂ ਰਹਿਣਾ ਸਾਡੇ ਦੇਸ਼ ਦੀ ਕਮਜ਼ੋਰੀ ਦਾ ਕਾਰਨ ਹੈ। ਸਾਡੇ ਆਪੋ ਵਿੱਚ ਪਾਟੇ ਰਹਿਣਾ ਇੱਕ ਮੰਦ ਕਰਮ ਹੈ ਜਿਸ ਦੀ ਅਸੀਂ ਸਜ਼ਾ ਭੁਗਤ ਰਹੇ ਹਾਂ। ਖੱਤਰੀ ਆਪਣੇ ਵਹਿਣਾਂ ਵਿੱਚ ਡੁੱਬਾ ਮੂਰਤ ਬਣਿਆ ਬੈਠਾ ਸੀ। ਸੁੰਦਰੀ ਨੇ ਬਾਹੋਂ ਫੜ ਉਠਾਇਆ ਤੇ ਨਾਲ ਲੈ ਤੁਰੀ। ਜਦ ਪਿੰਡੋਂ ਦੂਰ ਨਿਕਲ ਗਈ ਤਦ ਕਹਿਣ ਲੱਗੀ ਕਿ ਅੱਜ ਕੱਲ੍ਹ ਸਮਾਂ ਜਾਂਦਾ ਹੈ ਬੁਰਾ ਤੇ ਅਸੀਂ ਲੋਕੇ ਗੁਜ਼ਾਰਾ ਕਰ ਰਹੇ ਹਾਂ। ਇਸ ਕਰਕੇ ਕਿਸੇ ਨੂੰ ਆਪਣਾ ਪਤਾ ਨਹੀਂ ਦੱਸ ਸਕਦੇ। ਤੇਰੀਆਂ ਅੱਖਾਂ ਤੇ ਮੈਂ ਪੱਟੀ ਬੰਨ੍ਹ ਦਿੰਦੀ ਹਾਂ, ਟਿਕਾਣੇ ਤੇ ਚੱਲ ਕੇ ਖੋਲ੍ਹ ਦੇਵਾਂਗੀ। ਖੱਤਰੀ ਨੇ ਅੱਗੋਂ ਨਾ ਨੁੱਕਰ ਕੁਛ ਨਾ ਕੀਤੀ। ਸੁੰਦਰੀ ਨੇ ਪੱਟੀ ਬੰਨ੍ਹ ਦਿੱਤੀ ਔਰ ਜੰਗਲ ਦੇ ਬਿਖੜੇ ਰਸਤੇ ਥਾਣੀ ਲੰਘ ਕੇ ਆਪਣੇ ਡੇਰੇ ਵਿੱਚ ਲੈ ਪਹੁੰਚੀ। ਅੱਗੇ ਜਾ ਕੇ ਵੇਖਦੀ ਹੈ ਕਿ ਜੰਗਲ ਵਿੱਚ ਰੌਣਕ ਲੱਗ ਰਹੀ ਹੈ ਔਰ ਦੇਗਾਂ ਗਰਮ ਹਨ। ਜਵਾਲਾ ਲਟ ਲਟ ਕਰ ਰਹੀ ਹੈ। ਹਰਿਆਨ ਹੋ ਕੇ ਇੱਕ ਸਿੰਘ ਨੂੰ ਪੁੱਛਣ ਲੱਗੀ, ਭਰਾ ਜੀ ਇਹ ਕੀ ਹੈ? ਉਸ ਉੱਤਰ ਦਿੱਤਾ, ਭੈਣ ਜੀ ਇਹ ਮਹਾਂਪ੍ਰਸ਼ਾਦ ਹੈ। ਅੱਜ ਲੰਗਰ ਮਸਤਾਨੇ ਹੋਣ ਕਰਕੇ ਸਰਦਾਰ ਹੁਰੀ ਤੇ ਬਲਵੰਤ ਸਿੰਘ ਜੀ ਸ਼ਿਕਾਰ ਚੜ੍ਹੇ ਸਨ, ਸੋ ਕੋਈ ਹਰਨਾਂ ਦੀ ਡਾਰ ਮਾਰ ਲਿਆਏ ਹਨ। ਉਹਨਾਂ ਦੀਆਂ ਦੇਗਾਂ ਧਰ ਦਿੱਤੀਆਂ ਹਨ। ਤੁਸਾਂ ਅੱਜ ਵੱਡਾ ਚਿਰ ਲਾਇਆ, ਕਿੱਧਰ ਗਏ ਸੋ? ਸੁੰਦਰੀ ਹੱਸ ਕੇ ਬੋਲੀ, ਵੀਰ ਜੀ ਤੁਸੀਂ ਚਿਰ ਤੋਂ ਵਿਹਲੇ ਬੈਠੇ ਸਾਂ, ਤੁਹਾਡੇ ਲਈ ਕੰਮ ਲੱਭਣ ਗਈ ਸਾਂ। ਸਿੰਘ, ਫਿਰ ਕੋਈ ਆਂਦਾ ਜੇ? ਸੁੰਦਰੀ ਨੇ ਖੱਤਰੀ ਵੱਲ ਸੈਨਤ ਕਰਕੇ ਕਿਹਾ, ਆ ਵੇਖਾਂ। ਇੰਨੇ ਨੂੰ ਬਲਵੰਤ ਸਿੰਘ ਆ ਗਿਆ। ਭੈਣ ਨੂੰ ਪੁੱਛਣ ਲੱਗਾ ਕਿ ਇਹ ਕੌਣ ਹੈ। ਸੁੰਦਰੀ ਨੇ ਸਾਰੀ ਵਿਥਿਆ ਸੁਣਾਈ। ਫਿਰ ਦੋਵੇਂ ਸਰਦਾਰ ਪਾਸ ਗਏ, ਖੱਤਰੀ ਨੂੰ ਵੀ ਲੈ ਗਏ। ਸਾਰਾ ਹਾਲ ਸੁਣ ਕੇ ਸ਼ਾਮ ਸਿੰਘ ਦੇ ਹਿਰਦੇ ਪੁਰ ਇੱਕ ਅਚਰਜ ਅਸਰ ਹੋਇਆ। ਸੁੰਦਰੀ ਦੇ ਹਿਰਦੇ ਵਿੱਚ ਧਰਮ ਦਾ ਐਡਾ ਪ੍ਰੇਮ ਦੇਖ ਕੇ ਕਿ ਉਹ ਭਰਾਵਾਂ ਦੀ ਖਾਤਰ ਆਪਣੀ ਮੁੰਦਰੀ ਵੇਚਣ ਉੱਠ ਤੁਰੀ। ਸਰਦਾਰ ਇੱਕ ਚਾਓ ਤੇ ਕਦਰਦਾਨੀ ਦੇ ਭਾਵ ਨਾਲ ਭਰ ਗਿਆ। ਫਿਰ ਬੋਲਿਆ, ਭੈਣ ਜੀ ਸੱਚਮੁੱਚ ਤੁਸੀਂ ਦੇਵੀ ਹੋ। ਫਿਰ ਖੱਤਰੀ ਦੀ ਵਾਰਤਾ ਨੂੰ ਵਿਚਾਰ ਕੇ ਸਰਦਾਰ ਨੇ ਇੱਕ ਸਿੱਖ ਨੂੰ ਆਗਿਆ ਦਿੱਤੀ ਕਿ ਇਸ ਨੂੰ ਲੰਗਰ ਵਿੱਚ ਲਿਜਾ ਕੇ ਪੱਟੀ ਖੋਲ੍ਹੋ ਤੇ ਕੁਝ ਛਕਾਓ। ਇੱਧਰ ਬਲਵੰਤ ਸਿੰਘ ਨਾਲ ਗੱਲ ਵਰਤੀ ਕਿ ਮਤਾ ਇਹ ਕੋਈ ਵੈਰੀਆਂ ਵਿੱਚੋਂ ਭੇਤ ਲੈਣ ਨਾ ਆਇਆ ਹੋਵੇ। ਇਸ ਦਾ ਵਿਸਾਹ ਕਰਨਾ ਠੀਕ ਨਹੀਂ। ਔਰ ਇੱਕ ਸਿੱਖ ਨੂੰ ਇਹ ਆਗਿਆ ਦਿੱਤੀ ਕਿ ਹਰ ਵੇਲੇ ਉਸ ਦੇ ਨਾਲ ਰਹੇ ਤੇ ਖਿਆਲ ਰੱਖੇ ਕਿ ਉਹ ਕੀ ਕੁਝ ਕਰਦਾ ਹੈ ਤੇ ਕਿੱਧਰ ਆਉਂਦਾ ਜਾਂਦਾ ਹੈ। ਇੱਕ ਹੋਰ ਸਿੱਖ ਜਿਸ ਨੂੰ ਅੱਗੇ ਸੂਹ ਲੈਣ ਘੱਲਿਆ ਸੀ, ਉਸ ਪਿੰਡ ਤੋਰ ਦਿੱਤਾ ਕਿ ਖਬਰ ਲਿਆਵੇ ਜੋ ਕੁਝ ਖੱਤਰੀ ਨੇ ਕਿਹਾ ਹੈ ਠੀਕ ਹੈ ਕਿ ਨਹੀਂ। ਸੁੰਦਰੀ ਨੂੰ ਆਪਣੀ ਕੈਦ ਭੁੱਲੀ ਨਹੀਂ ਸੀ ਔਰ ਉਹ ਜਾਣਦੀ ਸੀ ਕਿ ਖੱਤਰੀ ਦੀ ਵਹੁਟੀ ਕਿਸ ਔਖ ਵਿੱਚ ਹੋਵੇਗੀ ਔਰ ਕਿੱਕਰ ਇੱਕ ਇੱਕ ਘੜੀ ਉਸ ਦੇ ਛੁਟਕਾਰੇ ਵਾਸਤੇ ਅਮੋਲਕ ਹੈ। ਉਹ ਚਾਹੁੰਦੀ ਸੀ ਕਿ ਉਸ ਇਸਤਰੀ ਦੇ ਧਰਮ ਨੂੰ ਬਚਾਉਣ ਲਈ ਜਿੰਨੀ ਛੇਤੀ ਕੀਤੀ ਜਾਵੇ ਚੰਗੀ ਹੈ। ਪਰ ਸਰਦਾਰ ਦੀ ਅਕਲ ਤੇ ਦੂਰ ਦੀ ਸੋਚ ਵੀ ਉਲੰਘ ਨਹੀਂ ਸਕਦੀ ਸੀ, ਕਿਉਂਕਿ ਪੱਕ ਜਾਣਦੀ ਸੀ ਕਿ ਉਹਨਾਂ ਦੀ ਬੁੱਧੀ ਸਾਰੇ ਜਥੇ ਵਿੱਚੋਂ ਚੰਗੀ ਹੈ ਔਰ ਨਾ ਨਿਰੇ ਜਥੇ ਵਿੱਚੋਂ, ਸਗੋਂ ਸਾਰਾ ਪੰਥ ਉਹਨਾਂ ਦੀ ਅਕਲ ਨੂੰ ਮੰਨਦਾ ਹੈ।